ਪੰਜਾਬ ਦੀਆਂ ਸਿਆਸੀ ਖਬਰਾਂ ਦੇ ਉੱਪਰ ਪੜਤਾਲ ਦੇ ਸਾਡੇ ਇਸ ਖਾਸ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਸੂਬੇ ਦੀਆਂ तमाम ਸਿਆਸੀ ਖਬਰਾਂ ਤੇ ਪੜਤਾਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੀ। ਸਿੱਧੂ ਦੀਆਂ ਰੈਲੀਆਂ ਵਿੱਚ ਲਗਾਤਾਰ ਵੱਧਦੀ ਭੀੜ ਤੇ ਸਿੱਧੂ ਦੀ ਪਾਲਿਸੀ ਦੀ ਗੱਲ ਕਰਾਂਗੇ। ਉਸ ਤੋਂ ਬਾਅਦ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਾਅਦਿਆਂ ਦੀ ਤੇ ਲਗਾਤਾਰ ਹੋ ਰਹੇ ਵਿਰੋਧ ਦੀ ਗੱਲ ਕਰਾਂਗੇ। ਇਹ ਵੀ ਜਾਣਾਂਗੇ कि ਜਦੋਂ ਸਰਕਾਰ ਦੀ ਸ਼ੁਰੂਆਤ ਹੋਈ ਸੀ, ਚੰਨੀ ਸਾਹਿਬ ਜਦੋਂ ਸੀਐਮ ਦੀ ਕੁਰਸੀ ਤੇ ਬੈਠੇ ਸੀ ਉਦੋਂ ਕਿਸ ਕਿਸਮ ਦਾ ਹਾਲਾਤ ਸੀ, ਉਦੋਂ ਸੀਐਮ ਚੰਨੀ ਦੀ ਇਮੇਜ ਕਿਸ ਕਿਸਮ ਦੀ ਸੀ ਤੇ ਹੁਣ ਲਗਾਤਾਰ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਨੇ। ਇਸ ਬਾਬਤ ਗੱਲ ਕਰਾਂਗੇ ਕਿ ਹੁਣ ਸੀਐਮ ਚੰਨੀ ਬਾਰੇ ਲੋਕ ਕੀ ਸੋਚਦੇ ਨੇ। ਉਸ ਤੋਂ ਬਾਅਦ ਗੱਲ ਕਰਾਂਗੇ ਬੀਜੇਪੀ ਦੇ ਸਿਆਸੀ ਹਾਲਾਤਾਂ ਦੇ। ਸੂਬੇ ਦੇ ਅੰਦਰ ਲਗਾਤਾਰ ਬੀਜੇਪੀ ਹੁਣ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਦੇ ਵਿੱਚ ਲੱਗੀ ਹੋਈ ਹੈ। ਬੀਜੇਪੀ ਦੀ ਸਿਆਸਤ ਦੇ ਉੱਪਰ ਗੱਲਬਾਤ ਕਰਾਂਗੇ। ਬੀਜੇਪੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਸਕਦੀ ਹੈ, ਕਿਹੜੇ ਸਿਆਸੀ ਸਮੀਕਰਨ ਰਹਿਣਗੇ, ਇਸ ਬਾਰੇ ਵੀ ਗੱਲਬਾਤ ਕਰਾਂਗੇ। ਅੱਜ ਮੇਰੇ ਨਾਲ ਲਾਈਵ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਸੋਂਧੀ ਸਾਹਿਬ, ਸਾਡੇ ਨਾਲ ਲਾਈਵ ਜੁੜੇ ਹੋਏ ਨੇ। ਉਹਨਾਂ ਤੋਂ ਜਾਣਾਂਗੇ ਪੰਜਾਬ ਦੀਆਂ ਇਹਨਾਂ तमाम ਸਿਆਸੀ ਖਬਰਾਂ ਦੇ ਬਾਰੇ 'ਚ। ਸੋਂਧੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਜੀ ਬਹੁਤ-ਬਹੁਤ ਧੰਨਵਾਦ। ਮੇਰਾ ਜਿਹੜਾ ਉਹ ਪੂਰਾ ਨਾਮ ਹੈ ਜੀ ਉਹ ਗਗਨਦੀਪ ਸੋਂਧੀ ਹੈ ਔਰ ਮੈਂ ਸਾਰੇ ਹੀ ਦਰਸ਼ਕਾਂ ਦਾ ਇਸਤਕਬਾਲ ਕਰਦਾ। ਖੈਰ ਮਕਦਮ। ਔਰ ਤੁਹਾਡਾ ਵੀ ਸੰਧੂ ਸਾਹਿਬ। ਸੋ ਆਪਾਂ ਪਹਿਲੇ ਸਵਾਲ ਤੋਂ ਸ਼ੁਰੂਆਤ ਕਰਦੇ ਹਾਂ। ਅੱਜ ਪਹਿਲਾ ਸਵਾਲ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਰੈਲੀਆਂ ਤੇ ਰਹੇਗਾ। ਗਗਨਦੀਪ ਜੀ, ਲਗਾਤਾਰ ਰੈਲੀਆਂ ਹੋ ਰਹੀਆਂ ਨੇ। ਪਹਿਲਾਂ ਦੁਆਬੇ ਖੇਤਰ 'ਚ ਰੈਲੀ ਕੀਤੀ, ਫਿਰ ਮਾਝੇ 'ਚ ਵੀ ਰੈਲੀ ਕੀਤੀ ਹੈ, ਰਈਆ ਦੇ ਵਿੱਚ, ਮਾਲਵੇ 'ਚ ਵੀ, ਬਾਘਾ ਪੁਰਾਣਾ 'ਚ ਰੈਲੀ ਕੀਤੀ ਨਵਜੋਤ ਸਿੰਘ ਸਿੱਧੂ ਨੇ। ਲਗਾਤਾਰ ਰੈਲੀਆਂ ਦੇ ਵਿੱਚ ਲੋਕਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਚੋਣਾਂ ਦਾ ਜਿਹੜਾ ਵਕਤ ਹੈ ਨਜ਼ਦੀਕ ਆ ਰਿਹਾ। ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੇ ਵਿੱਚ ਅਕਸਰ ਭੀੜ ਦੇਖਣ ਨੂੰ ਮਿਲਦੀ ਹੈ, ਬਾਕੀ ਸਿਆਸੀ ਪਾਰਟੀਆਂ ਦੀਆਂ ਰੈਲੀਆਂ 'ਚ ਵੀ ਭੀੜ ਦੇਖਣ ਨੂੰ ਮਿਲ ਰਹੀ ਹੈ, ਪਰ ਸਿੱਧੂ ਦੀਆਂ ਰੈਲੀਆਂ ਦੇ ਵਿੱਚ ਵੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸੋ ਕਿਵੇਂ ਦੇਖਦੇ ਹੋ, ਲਗਾਤਾਰ ਲੋਕ ਸਿੱਧੂ ਦੀ ਪਾਲਿਸੀ ਵਾਲੀ ਗੱਲ ਤੋਂ ਪ੍ਰਭਾਵਿਤ ਹੋ ਰਹੇ ਨੇ। ਲਗਾਤਾਰ ਸਿੱਧੂ ਸਾਹਿਬ ਸਰਕਾਰ ਦੇ ਰੈਵਨਿਊ ਦੀ ਗੱਲ ਕਰ ਰਹੇ ਨੇ ਤੇ ਇਹ ਵੀ ਕਹਿ ਰਹੇ ਨੇ ਕਿ ਲੋਕਾਂ ਨੂੰ ਇਸ ਵਾਰ ਲਾਰੇ ਨਹੀਂ ਲਾਉਣੇ, ਲੋਕਾਂ ਨਾਲ ਵਾਅਦੇ ਨਹੀਂ ਕਰਨੇ, ਪਾਲਿਸੀ ਦੀ ਗੱਲ ਕਰਨੀ ਹੈ ਤੇ ਕਰਕੇ ਦਿਖਾਉਣਾ। ਕਿਵੇਂ ਦੇਖਦੇ ਹੋ ਸਿੱਧੂ ਦੀ ਇਹਨਾਂ ਰੈਲੀਆਂ ਨੂੰ? ਦੇਖੋ, ਜਦੋਂ ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰਦੇ ਹਾਂ ਨਾ, ਤਾਂ ਉਹਨਾਂ ਦਾ ਵਿਜ਼ਨ ਇੱਕ ਕਲੀਅਰ ਹੈ। ਵਿਜ਼ਨ ਉਹਨਾਂ ਦਾ ਇਹ ਕਲੀਅਰ ਹੈਗੀ ਹੈ ਕਿ ਉਹ ਸਾਰਿਆਂ ਨਾਲੋਂ ਅਲੱਗ ਸੋਚਦੇ ਨੇ। ਨਹੀਂ ਤਾਂ ਜਦੋਂ ਉਹਨਾਂ ਨੇ 2016 ਦੇ ਵਿੱਚ ਭਾਜਪਾ ਤੋਂ ਅਸਤੀਫਾ ਦਿੱਤਾ ਔਰ ਇੰਨੀ ਵੱਡੀ ਜਿਹੜੀ ਹੈ ਉਹ ਸੈਕਰੀਫਾਈਸ ਕੀਤੀ ਆ, ਅਸੀਂ ਜੁਲਾਈ ਦੇ ਉਹ ਜਿਹੜੇ ਦਿਨ ਨੇ ਨਾ 2016 ਦੇ ਭੁੱਲ ਨਹੀਂ ਸਕਦੇ, ਜਿਸ ਵੇਲੇ ਉਹਨਾਂ ਨੇ ਅਸਤੀਫਾ ਦੇ ਕੇ ਦੁਨੀਆ ਨੂੰ ਇਹ ਸਾਬਿਤ ਕਰ ਦਿੱਤਾ ਸੀਗਾ ਵੀ ਮੈਂ ਆਪਣੇ ਅਸੂਲਾਂ ਦਾ ਪੱਕਾ ਹਾਂ। ਪਰ ਕਿਤੇ ਨਾ ਕਿਤੇ ਇਹ ਵੀ ਲੱਗਦਾ ਆ ਵੀ ਜਦੋਂ ਉਹ ਰੈਲੀਆਂ ਦੇ ਵਿੱਚ ਜਾਂਦੇ ਆ, ਜਿਸ ਵੇਲੇ ਲੋਕੀ ਉਹਨਾਂ ਨੂੰ ਸੁਣਦੇ ਨੇ, ਉਹ ਆਪਣਾ ਵਿਜ਼ਨ ਕਲੀਅਰ ਕਰਦੇ ਨੇ, ਉਸ ਤੋਂ ਬਾਅਦ ਵਿੱਚ ਲੋਕੀ ਘਰ ਜਾ ਕੇ ਜ਼ਰੂਰ ਸੋਚਦੇ ਨੇ ਕਿ ਇਹ ਜਿਹੜਾ ਇੱਕ ਵਕਤਾ ਅੱਛਾ ਆ। ਹੁਣ ਵਿਜ਼ਨ ਕਲੀਅਰ ਇੱਕ ਨੇਤਾ ਕਿਸ ਤਰੀਕੇ ਨਾਲ ਕਰ ਸਕਦਾ। ਕਈ ਨੇਤਾ ਇਹੋ ਜਿਹੇ ਹੁੰਦੇ ਨੇ ਕਿ ਅਸੀਂ ਹੁਣ ਨਾ ਛੋਟੀ ਜਿਹੀ ਵੈਸੀ ਉਦਾਹਰਨ ਲੈ ਲੈਂਦੇ ਹਾਂ ਕਿ ਇੱਕ ਕਲਾਸ ਦੇ ਵਿੱਚ ਨਾ ਇੱਕ ਟੀਚਰ ਹੈ ਔਰ ਉਹ 60 ਸਟੂਡੈਂਟਸ ਨੂੰ ਪੜ੍ਹਾ ਰਿਹਾ ਔਰ 60 ਦੇ 60 ਸਟੂਡੈਂਟਸ ਨੂੰ ਦੋਨਾਂ ਦਾ ਦਿਮਾਗ ਜਿਹੜਾ ਹੈ ਉਹ ਇੱਕ ਕਲਮੀਨੇਸ਼ਨ ਪੁਆਇੰਟ ਦੇ ਉੱਤੇ ਇਕੱਠਾ ਕਰਕੇ ਉਹਨਾਂ ਨੂੰ ਸੋਚਣ ਵਾਸਤੇ ਮਜਬੂਰ ਕਰਨਾ, ਉਹਨਾਂ ਨੂੰ ਆਪਣੀ ਵਿਜ਼ਨ, ਉਹਨਾਂ ਨੂੰ ਆਪਣਾ ਜੋ ਉਹ ਸੋਚਦੇ ਨੇ ਉਹ ਕਲੀਅਰ ਕਰ ਦੇਣਾ। ਸੋ ਇਸੇ ਤਰ੍ਹਾਂ ਨਾਲ ਨਵਜੋਤ ਸਿੰਘ ਸਿੱਧੂ ਹੋਰੀ ਕਰਦੇ ਆ। ਉਹ ਇੱਕ ਚੰਗੇ ਸਿਆਸਤਦਾਨ ਨੇ, ਠੀਕ ਹੈ, ਮੈਂ ਇਸ ਗੱਲ ਨੂੰ ਤਸਦੀਕ ਨਹੀਂ ਕਰਦਾ, ਪਰ ਹੁਣ ਤੱਕ ਜੋ ਵੀ ਉਹਨਾਂ ਦੀ ਬਿਊਰਾ ਉਹਨਾਂ ਦਾ ਦੇਖਣ ਨੂੰ ਆਇਆ, ਜਿਵੇਂ ਤੁਸੀਂ ਦੁਆਬਾ ਦੇ ਵਿੱਚ ਜਲੰਧਰ ਵਿਖੇ ਰੈਲੀ ਦੀ ਗੱਲ ਕਰ ਲਓ, ਬਾਘਾ ਪੁਰਾਣਾ ਦੀ ਰੈਲੀ ਦੀ ਗੱਲ ਕਰ ਲਓ, ਉਸ ਤੋਂ ਬਾਅਦ ਵਿੱਚ ਬਿਆਸ ਰਈਏ ਦੀ ਗੱਲ ਕਰ ਲਓ, ਜਦੋਂ ਉਹ ਇੱਕ ਵਕਤਾ ਦੇ ਤੌਰ ਦੇ ਉੱਤੇ ਆਪਣੀ ਗੱਲ ਸਮਝਾਉਣ ਦਾ ਯਤਨ ਕਰਦੇ ਆ ਤੇ ਉਹ ਲੋਕਾਂ ਦੇ ਪੱਲੇ ਪੈ ਜਾਂਦੀ ਆ। ਉਸ ਤੋਂ ਬਾਅਦ ਵਿੱਚ ਉਹਨਾਂ ਦਾ ਵਿਜ਼ਨ ਆਟੋਮੈਟਿਕਲੀ ਲੋਕਾਂ ਨੂੰ ਕਲੀਅਰ ਹੋ ਜਾਂਦਾ ਕਿ ਉਹ ਲੋਕਾਂ ਨਾਲੋਂ ਅਲੱਗ ਸੋਚਦੇ ਨੇ। ਔਰ ਤੁਸੀਂ ਸੱਚ ਜਾਣਿਓ ਕਿ ਅੱਜ ਤੱਕ ਕਿਸੇ ਨੇ ਇਹ ਨਹੀਂ ਸੋਚਿਆ ਹੋਣਾ ਕਿ ਪੱਤਰਕਾਰਾਂ ਦਾ ਇੱਕ ਡਰਾਫਟ ਤਿਆਰ ਕੀਤਾ ਜਾਊਗਾ। ਔਰ ਉਹ ਗੱਲ ਜਦੋਂ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਮੂੰਹੋਂ ਸੁਣੀ ਤੇ ਉਹ ਮੈਨੂੰ ਲੱਗਦਾ ਵੀ ਬਾਕੀਆਂ ਨਾਲੋਂ ਨਿਖੜਵਾਂ ਜਿਹੜਾ ਹੈ ਜਾਂ ਫਿਰ ਇੱਕ ਨਿਖੇੜ ਕੇ ਪੇਸ਼ ਕੀਤਾ ਗਿਆ, ਉਹ ਵੀ ਇੱਕ ਵਧੀਆ ਗੱਲ ਹੋ ਨਿਬੜੀ। ਪਰ ਮੈਂ ਇੱਥੇ ਵਧੀਆ ਕਹਿੰਦਾ ਹੋਇਆ ਕਿਤੇ ਇਹ ਨਾ ਹੋਵੇ ਵੀ ਸਾਡੀ ਪੱਤਰਕਾਰੀ ਪੱਖਪਾਤ ਦਾ ਸ਼ਿਕਾਰ ਹੋ ਜਾਏ। ਨਵਜੋਤ ਸਿੰਘ ਸਿੱਧੂ ਹੋਰੀ ਬਿਲਕੁਲ ਉਹ ਕਾਮੇਡੀ ਦੀ ਬਾਦਸ਼ਾਹ ਵੀ ਰਹੇ ਆ, ਉਸ ਤੋਂ ਬਾਅਦ ਵਿੱਚ ਉਹ ਸ਼ਾਇਰੀ ਦੇ ਵੀ ਬਾਦਸ਼ਾਹ ਰਹੇ ਆ, ਉਸ ਤੋਂ ਬਾਅਦ ਵਿੱਚ ਉਹ ਸਿਹਤ ਪ੍ਰਤੀ ਵੀ ਪੂਰੀ ਤਰ੍ਹਾਂ ਨਾਲ ਸੰਜੀਦਾ ਰਹੇ ਨੇ। ਇਮਰਾਨ ਖਾਨ ਦੇ ਨਾਲ ਦੋਸਤੀ ਹੈ ਔਰ ਉਹ ਦੋਸਤੀ ਇਸ ਕਰਕੇ ਨਹੀਂ ਹੈਗੀ ਕਿ ਅਸੀਂ ਭਾਰਤ ਪਾਕਿਸਤਾਨ ਦਾ ਮਸਲਾ ਛੇੜ ਕੇ ਬਹਿ ਜਾਈਏ। ਅਸੀਂ ਉਹਨੂੰ ਕਰਤਾਰਪੁਰ ਕੋਰੀਡੋਰ ਦੇ ਨਾਲ ਵੀ ਸੰਬੰਧ ਉਹਦਾ ਸਥਾਪਿਤ ਕਰ ਸਕਦੇ ਹਾਂ, ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਕਿੱਥੋਂ ਤੱਕ ਪਹੁੰਚੇ ਹਾਂ। ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ਅਸੀਂ ਕਹਿੰਦੇ ਹੁੰਦੇ ਸੀ ਨਾ, ਉਹ ਉਹਨਾਂ ਨੇ ਗੱਲ ਜਿਹੜੀ ਹੈਗੀ ਆ ਉਹ ਨੇੜੇ ਲਿਆ ਕੇ ਸੱਚ ਸਾਬਿਤ ਕਰ ਦਿੱਤੀ ਆ ਵੀ ਕਿਤੇ ਨਹੀਂ ਕੁਛ ਵੀ ਗੁਆਚਾ ਹੋਇਆ, ਬਸ ਆਹ ਬਾਹਾਂ ਖੋਲਣ ਦੀ ਲੋੜ ਹੈਗੀ ਆ।
ਸੋ ਜੇ ਏਦਾਂ ਦਾ ਵਿਜ਼ਨ ਕੋਈ ਏਦਾਂ ਦਾ ਨੇਤਾ ਲੈ ਕੇ ਚੱਲਦਾ ਹੋਵੇ ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਉਹ ਬੰਦਾ ਆਪਣੀ ਗੱਲ ਆਪਣੇ ਜਿਹੜੇ ਸੁਣਨ ਵਾਲੇ ਨੇ, ਆਪਣੇ ਜਿਹੜੇ ਦੇਖਣ ਵਾਲੇ ਨੇ, ਉਹਨੂੰ ਤੱਕ ਪਹੁੰਚਾਉਣ ਦੇ ਵਿੱਚ ਨਾਕਾਮਯਾਬ ਰਹੂਗਾ। ਸੋ ਨਵਜੋਤ ਸਿੰਘ ਸਿੱਧੂ ਦੀ ਕਾਮਯਾਬੀ ਸਿਰਫ ਇਸੇ ਵਿੱਚ ਹੀ ਹੈ ਕਿ ਉਹਨਾਂ ਨੂੰ ਆਪਣੀ ਗੱਲ ਸਮਝਾਉਣੀ ਆਉਂਦੀ ਹੈ ਔਰ ਉਹ ਆਪਣਾ ਵਿਜ਼ਨ ਕਲੀਅਰ ਕਰ ਦਿੰਦੇ ਨੇ ਲੋਕਾਂ ਦੇ ਸਾਹਮਣੇ। ਵੱਡੀ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਸਿਆਸਤ ਦੀ ਸਮਝ ਵੀ ਹੈ। ਸਿਆਸਤ ਦੀ ਸਮਝ ਇਸ ਤਰੀਕੇ ਨਾਲ ਹੈ ਕਿਉਂਕਿ ਜਿਵੇਂ ਹੁਣ ਪੰਜਾਬੀ 'ਚ ਕਹਿ ਦਿੰਦੇ ਵੀ ਵੱਡੇ ਵੱਡੇ ਪੰਗੇ ਪੰਜਾਬੀ ਲੈਂਦੇ ਹੁੰਦੇ ਆ ਤੇ ਉਹਨਾਂ ਨੇ ਘਾਟ ਘਾਟ ਦਾ ਪਾਣੀ ਪੀਤਾ ਹੋਇਆ। ਸੋ ਹਰ ਇੱਕ ਜਗ੍ਹਾ ਤੇ ਜਾ ਕੇ ਉੱਥੋਂ ਉਸ ਜਗ੍ਹਾ ਨੂੰ ਛੱਡ ਦੇਣਾ ਸਿਰਫ ਆਪਣੇ ਅਸੂਲਾਂ ਦੇ ਕਰਕੇ, ਇਹ ਅੱਜ ਕੱਲ੍ਹ ਦੇ ਲੋਕੀ ਸਮਝਦੇ ਨੇ ਔਰ ਉਹ ਸਮਝਣ ਵਾਸਤੇ ਲੋਕਾਂ ਦਾ ਵਿਜ਼ਨ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਕਲੀਅਰ ਕਰ ਰਹੇ ਨੇ ਔਰ ਇਸ ਗੱਲ ਦੀ ਖੁਸ਼ੀ ਵੀ ਹੈ। ਪਰ ਕਦੇ-ਕਦੇ ਜਲਦਬਾਜ਼ੀ ਦੇ ਵਿੱਚ ਉਹ ਇਹੋ ਜਿਹਾ ਬਿਆਨ ਵੀ ਦਾਗ ਦਿੰਦੇ ਆ ਜਿਹੜਾ ਕਿ ਅਸੂਲਨ ਅਸੀਂ ਦੇਖਦੇ ਹਾਂ ਕਿ ਬੰਦਾ ਜਿਹੜਾ ਹੈ ਨਾ ਉਹ ਇੱਕਦਮ ਤੈਸ਼ ਵਿੱਚ ਆ ਜਾਂਦਾ, ਇੱਕਦਮ ਉਹ ਕੋਈ ਨਾ ਕੋਈ ਐਕਟੀਵਿਟੀ ਕਰਨੀ ਸ਼ੁਰੂ ਕਰ ਦਿੰਦਾ, ਇੱਕਦਮ ਆਪਣੀ ਆਵਾਜ਼ ਦੇ ਲੈਵਲ ਨੂੰ ਵਧਾ ਦਿੰਦਾ। ਸੋ ਉਹ ਕਿਤੇ ਨਾ ਕਿਤੇ ਕਮੀ ਵੀ ਹੈ ਨਵਜੋਤ ਸਿੰਘ ਸਿੱਧੂ ਦੇ ਵਿੱਚ, ਪਰ ਇੰਨਾ ਹੈ ਕਿ ਉਹ ਜਦੋਂ ਆਪਣੀ ਗੱਲ ਨੂੰ ਕਲੀਅਰ ਕਰਦੇ ਆ, ਵਿਜ਼ਨ ਆਪਣਾ ਕਲੀਅਰ ਕਰਦੇ ਆ, ਉਹ ਬਾਕੀਆਂ ਨਾਲੋਂ ਅਲੱਗ ਹੁੰਦਾ। ਇਹ ਨਹੀਂ ਕਿ ਫ੍ਰੀ ਦੇ ਦਿਆਂਗੇ, ਅਸੀਂ ਬਿਜਲੀ ਫ੍ਰੀ ਦੇ ਦਿਆਂਗੇ, ਅਸੀਂ ਆਟਾ ਦਾਲ ਫ੍ਰੀ ਦੇ ਦੇਂਗੇ। ਉਹਨਾਂ ਦਾ ਫੋਕਸ ਹੁੰਦਾ ਕਿ ਅਸੀਂ ਰੋਜ਼ਗਾਰ ਦਿਆਂਗੇ, ਰੋਜ਼ਗਾਰ ਦਿਆਂਗੇ, ਉਸ ਤੋਂ ਬਾਅਦ ਵਿੱਚ ਲੋਕੀ ਆਪਣਾ ਕਮਾਉਣਗੇ, ਆਪੇ ਜਾ ਕੇ ਖਾ ਲੈਣਗੇ। ਹੁਣ ਤੁਸੀਂ ਦੇਖੋ, ਛੋਟੀ ਜਿਹੀ ਇੱਕ ਉਦਾਹਰਨ ਜਿਹੜੀ ਹੈ ਨਾ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਤੁਸੀਂ ਕਿਸੇ ਵੱਡੀ ਫੈਮਿਲੀ ਦੇ ਵਿੱਚ ਜਾ ਕੇ ਜਾਂ ਫਿਰ ਰੱਜੇ-ਪੁੱਜੇ ਫੈਮਿਲੀ ਦੇ ਵਿੱਚ ਜਾ ਕੇ ਪੁੱਛ ਲਓ, ਮੁੰਡਾ ਕੀ ਕਰਦਾ? ਮੁੰਡਾ ਜੀ ਉਹ ਆਈਏਐਸ ਦੀ ਤਿਆਰੀ ਕਰਦਾ। ਕੁੜੀ ਕੀ ਕਰਦੀ ਹੈ? ਉਹ ਪੀਸੀਐਸ ਦੀ ਤਿਆਰੀ ਕਰਦੀ ਹੈ। ਕਿਤੇ ਗਰੀਬ ਘਰ ਦੇ ਵਿੱਚ ਜਾ ਕੇ ਤੁਸੀਂ ਪੁੱਛ ਲਓ ਤੇ ਉਹ ਕੀ ਇਹ ਗੱਲ ਕਹਿ ਸਕਣਗੇ? ਕਿਉਂਕਿ ਉਹਨਾਂ ਨੂੰ ਆਪਣੀਆਂ ਜਿਹੜੀਆਂ ਆਰਥਿਕ ਸਮੱਸਿਆਵਾਂ ਨੇ ਉਹ ਮਾਰ ਲੈਂਦੀਆਂ। ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਲੀਅਰ ਕਰਕੇ ਰੱਖ ਦਿੱਤਾ ਕਿ ਸਾਰਿਆਂ ਨੂੰ ਇੱਕ ਸਮਾਨ ਜੋ ਹੈ ਨਾ ਆਰਥਿਕਤਾ ਦੇ ਨਾਲ ਜੋੜਿਆ ਜਾਊਗਾ। ਜਦੋਂ ਇਹ ਇਕਸਾਰਤਾ ਆ ਜਾਊਗੀ, ਕਿਸੇ ਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਪੈਣੀ। ਜੀ, ਸੀਐਮ ਚੰਨੀ ਦੀ ਗੱਲ ਕਰ ਲੈਂਦੇ ਹਾਂ, ਮੌਜੂਦਾ ਸਰਕਾਰ ਦੀ ਪਰਫਾਰਮੈਂਸ ਦੀ ਵੀ ਗੱਲ ਕਰ ਲੈਂਦੇ ਹਾਂ। ਪਿਛਲੀਆਂ 2-3 ਸਰਕਾਰਾਂ ਦੀ ਆਪਾਂ ਸੋਂਧੀ ਸਾਹਿਬ ਗੱਲ ਕਰੀਏ ਤਾਂ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਤਾਂ ਦਿੱਤੀਆਂ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਾਫੀ ਕੰਮ ਹੋਏ, ਵਿਕਾਸ ਦੇ ਕੰਮ ਵੀ ਹੋਏ, ਪਰ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ, ਸ਼ਰਾਬ ਮਾਫੀਆ ਦੀ ਗੱਲ ਕਰ ਰਹੇ ਨੇ, ਰੇਤੇ ਮਾਫੀਆ ਦੀ ਗੱਲ ਕਰ ਰਹੇ ਨੇ, ਇਹ ਉਹ ਗੱਲਾਂ ਨੇ ਜਿਹਦੇ ਵਿੱਚ ਸਟੇਟ ਨੂੰ ਸਭ ਤੋਂ ਵੱਧ ਰੈਵਨਿਊ ਆਉਂਦਾ। ਸੂਬਾ ਸਰਕਾਰਾਂ ਅਮੀਰ ਹੁੰਦੀਆਂ ਇਹਨਾਂ ਚੀਜ਼ਾਂ ਦੇ ਨਾਲ, ਤੇ ਲੋਕਾਂ ਨੂੰ ਸਹੀ ਮਾਅਨੇ ਦੇ ਵਿੱਚ ਜਿਹੜਾ ਰੈਵਨਿਊ ਸਟੇਟ ਨੂੰ ਆਉਂਦਾ ਉਹੀ ਵਾਪਸ ਲੋਕਾਂ ਨੂੰ ਜਾਂਦਾ, ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ। ਸਿੱਧੂ ਸਾਹਿਬ ਦੀ ਇਹ ਪੁਆਇੰਟ ਹੈ ਕਿ ਇਹ ਜਿਹੜਾ ਰੈਵਨਿਊ ਹੈ ਨਿੱਜੀ ਹੱਥਾਂ ਦੇ ਵਿੱਚ ਜਾ ਰਿਹਾ। ਪਿਛਲੀਆਂ 2 ਜਾਂ 3 ਸਰਕਾਰਾਂ ਦੀ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਆਪਾਂ ਇਹਨੂੰ ਕਹਿ ਦਿੰਦੇ ਹਾਂ ਕਿ ਇਹ ਗੋਰਖ ਧੰਦਾ ਲਗਾਤਾਰ ਜਾਰੀ ਹੈ। ਇਹਦੇ ਵਿੱਚ ਲਗਾਤਾਰ ਮਾਈਨਿੰਗ ਦੀ ਗੱਲ ਕਰ ਲਓ, ਚਾਹੇ ਸ਼ਰਾਬ ਮਾਫੀਆ ਦੀ ਗੱਲ ਕਰ ਲਓ, ਚਾਹੇ ਟਰਾਂਸਪੋਰਟ ਦੀ ਜਿਹੜਾ ਮੁੱਦਾ ਚੁੱਕਦੇ ਨੇ ਕਿ ਟਰਾਂਸਪੋਰਟ ਵੀ ਕੁਝ ਕੁ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜੀ ਦਿੱਤੀ ਹੋਈ ਹੈ ਪੰਜਾਬ ਦੇ ਵਿੱਚ। ਸੋ ਚੰਨੀ ਸਾਹਿਬ ਨੇ ਆਉਣ ਵੇਲੇ ਇਹ ਦਾਅਵੇ ਵਾਅਦੇ ਕੀਤੇ ਸਨ ਕਿ ਇਹ ਸਾਰੀਆਂ ਚੀਜ਼ਾਂ, ਮਸਲੇ ਇਹ ਸਾਰੇ ਹੱਲ ਹੋ ਜਾਣਗੇ, ਪਰ ਸ਼ੁਰੂਆਤ ਦੇ ਵਿੱਚ ਜਿਹੜੀ ਪਰਫਾਰਮੈਂਸ ਰਹੀ ਹੈ ਉਹ ਚੰਗੀ ਰਹੀ ਹੈ, ਲੋਕ ਸਮਰਥਨ ਵੀ ਕਰਦੇ ਰਹੇ ਆ। ਪਰ ਜਿਉਂ-ਜਿਉਂ ਹੁਣ ਸਰਕਾਰ ਅੱਗੇ ਵਧ ਰਹੀ ਹੈ, ਨਾ ਤਾਂ ਮਾਈਨਿੰਗ ਮਾਫੀਆ 'ਤੇ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ। ਵਿਰੋਧੀਆਂ ਨੇ ਵੀ ਮੁੱਦੇ ਚੁੱਕ ਲਏ ਨੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਮਾਈਨਿੰਗ ਦੇ ਮੁੱਦੇ 'ਤੇ ਘਿਰਾਓ ਹੁੰਦਾ ਜਾ ਰਿਹਾ। ਸ਼ਰਾਬ ਮਾਫੀਆ ਦੀ ਗੱਲ ਕਰਦੇ ਨੇ ਚੰਨੀ ਸਾਹਿਬ, ਉਹਦੇ 'ਤੇ ਵੀ ਘਿਰਾਓ ਹੋਈ ਜਾਂਦਾ। ਮੁਲਾਜ਼ਮਾਂ ਦੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ। ਪਿੱਛੇ ਜੇ ਰੈਲੀ ਦੇ ਵਿੱਚ ਮੁਲਾਜ਼ਮਾਂ ਦੇ ਡੰਡੇ ਵੀ ਪਏ ਨੇ, ਪੁਲਿਸ ਵਾਲਿਆਂ ਨੇ ਮੁਲਾਜ਼ਮਾਂ ਦੇ ਜਿਹੜੇ ਨੇ ਉਹ ਲਾਠੀ ਚਾਰਜ ਵੀ ਕੀਤਾ ਹੈ। ਸੋ ਲਗਾਤਾਰ ਵਿਰੋਧ ਵੱਧਦਾ ਜਾ ਰਿਹਾ। ਜਦੋਂ ਚੰਨੀ ਸਾਹਿਬ ਨਵੇਂ ਸੀਐਮ ਬਣੇ ਸੀ ਉਦੋਂ ਇਮੇਜ ਕੁਝ ਹੋਰ ਸੀ। ਕਿਵੇਂ ਸੋਚਦੇ ਹੋ ਕਿ ਹੁਣ ਇਮੇਜ ਕੁਝ ਬਦਲੀ ਹੈ ਜਾਂ ਸਰਕਾਰ ਦੀ ਉਹੀ ਇਮੇਜ ਹੈ? ਚੰਨੀ ਸਾਹਿਬ ਨੇ ਆਉਂਦਿਆਂ ਨੇ ਨਾ ਇੱਕ ਗੱਲ ਜਿਹੜੀ ਹੈ ਨਾ ਉਹ ਸੱਚ ਸਾਬਿਤ ਕਰ ਦਿੱਤੀ ਵੀ ਮੋਦੀ ਵਾਲਾ ਪੈਟਰਨ ਜਿਹੜਾ ਹੈ ਨਾ ਉਹਨਾਂ ਨੇ ਅਪਣਾ ਲਿਆ। ਕੱਦ ਤੋਂ ਵੱਡੀ ਗੱਲ ਨਾ ਕਰੀਏ ਤੇ ਜਲਦਬਾਜ਼ੀ ਵਿੱਚ ਮਸਲੇ ਦਾ ਹੱਲ ਨਾ ਕਰੀਏ। ਇਹ ਗੱਲ ਉਹਨਾਂ ਨੂੰ ਸਮਝ ਲੈਣੀ ਚਾਹੀਦੀ ਸੀ। ਜਲਦਬਾਜ਼ੀ ਦੇ ਵਿੱਚ ਇੰਨੇ ਵੱਡੇ-ਵੱਡੇ ਫੈਸਲੇ, ਇੰਨੇ ਵੱਡੇ-ਵੱਡੇ ਐਲਾਨ ਕਰਕੇ ਰੱਖਦੇ ਨੇ। ਔਰ ਤੁਸੀਂ ਦੇਖੋ ਜਦੋਂ ਅਸੀਂ ਚੰਨੀ ਹੋਣਾ ਦੇ ਗ੍ਰਾਫ ਦੀ ਗੱਲ ਕਰਦੇ ਹਾਂ, ਕਹਿੰਦੇ ਹੁੰਦੇ ਨਾ ਵੀ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ। ਜਦੋਂ ਹੁਣ ਨਵੇਂ-ਨਵੇਂ ਆਏ ਆ ਜੇ, ਇੱਕ ਤਾਂ ਇੱਕ ਕਾਰਡ ਹੁੰਦਾ ਨਾ, ਜਿਵੇਂ ਆਪਾਂ ਇੱਥੇ ਲਾ ਲਈਏ ਕਿ ਇੱਕ ਜ਼ਾਤ ਦਾ, ਇੱਕ ਧਰਮ ਦਾ ਕਾਰਡ, ਉਹ ਬੜਾ ਸੁਖਾਲਾ ਜਿਹਾ ਖੇਲਿਆ ਗਿਆ। ਉਹਦੇ ਕਰਕੇ ਬਸਪਾ ਨੂੰ ਤੇ ਅਕਾਲੀ ਦਲ ਨੂੰ ਭੁੱਲ ਸੁਧਾਰ ਰੈਲੀ ਕਰਨੀ ਪਈ ਜਲੰਧਰ ਦੇ ਵਿੱਚ। ਸਿਰਫ ਇਸ ਕਰਕੇ ਕਿਉਂਕਿ ਜਦੋਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਅਨਾਉਂਸ ਕੀਤਾ, ਮੈਂ ਹੁਣ ਇੱਥੇ ਇਹ ਨਹੀਂ ਕਹਿਣਾ ਕਿ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ, ਠੀਕ ਆ, ਡਿਜ਼ਰਵ ਕਰਦੇ ਸੀ, ਬਣਾਤੇ, ਉਹ ਬਣਾਏ ਗਏ ਨੇ। ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਜੋ ਹੋਕੇ ਦਿੱਤੇ ਨੇ, ਜੋ ਲਾਰੇ ਦਿੱਤੇ ਨੇ,
ਜੋ ਐਲਾਨ ਕੀਤੇ ਨੇ ਲੋਕਾਂ ਨੂੰ, ਉਹਨਾਂ ਦੇ ਨਾਲ ਲੋਕਾਂ ਦੇ ਵਿੱਚ ਹੌਲੀ-ਹੌਲੀ ਕਰਕੇ ਇਹ ਜਿਹੜਾ ਪ੍ਰਭਾਵ ਹੈ ਨਾ, ਇਹ ਘਟਦਾ ਜਾ ਰਿਹਾ। ਇੱਕ ਕਹਾਵਤ ਹੈ ਪੰਜਾਬੀ ਦੀ ਵੀ ਪਹਿਲੇ ਦਿਨ ਪ੍ਰਾਹੁਣਾ, ਦੂਜੇ ਦਿਨ ਧਰਾਉਣਾ ਤੇ ਤੀਜੇ ਦਿਨ ਦਾਦੇ ਮੰਗਵਾਉਣਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ, ਇਹ ਚੰਨੀ ਸਾਹਿਬ ਉੱਤੇ ਕਿਤੇ ਨਾ ਕਿਤੇ ਸੱਚ ਢੁੱਕਦੀਆਂ ਪ੍ਰਤੀਤ ਹੁੰਦੀਆਂ। ਕਦਰ ਗਵਾ ਦੇਤਾ ਹੈ ਰੋਜ਼ਗਾਰ ਨਾ ਜਾਣਾ। ਅੱਧੀ-ਅੱਧੀ ਰਾਤ ਨੂੰ ਉੱਠ ਕੇ ਉਹ ਕਹਿੰਦੇ ਮੈਂ ਕਦੀ ਇਹਨੂੰ ਮਿਲਿਆ, ਕਦੀ ਮੈਂ ਉਹਨੂੰ ਮਿਲਿਆ, ਕਦੀ ਮੈਂ ਗਰੀਬਾਂ ਦਾ ਆਹ ਹੱਲ ਕਰ ਦਿੱਤਾ। ਪਰ ਪ੍ਰੈਕਟੀਕਲ ਕੁਛ ਨਹੀਂ ਹੋ ਰਿਹਾ। ਪ੍ਰੈਕਟੀਕਲ ਗਰੀਬਾਂ ਨੂੰ ਵੀ ਪਤਾ ਵੀ ਸਾਡੇ ਨਾਲ ਹੋ ਸਿਰਫ ਇੱਕ ਗੂੰਗੀ ਕਬੱਡੀ ਹੀ ਸਾਡੇ ਨਾਲ ਖੇਡੀ ਜਾ ਰਹੀ ਆ। ਤੁਸੀਂ ਸੱਚ ਜਾਣਿਓ 2011 ਦੇ ਵਿੱਚ 51, 78 ਤੇ 34, 42 ਇਹੋ ਜਿਹਾ ਇੱਕ PSTET ਦਾ ਪਹਿਲਾ ਪੇਪਰ ਹੋਇਆ। ਤੁਸੀਂ ਜ਼ਿਕਰ ਕੀਤਾ ਸੀ ਨਾ ਅਧਿਆਪਕਾਂ ਦਾ, ਤੇ PSTET ਦਾ ਉਹ ਪੇਪਰ ਹੋਇਆ ਤੇ ਇੱਕ ਅੱਧਿਆਂ ਕੁ ਦਾ ਰਿਜ਼ਲਟ ਜਿਹੜਾ ਹੈ ਉਹ ਰਿਵਾਈਜ਼ਡ ਹੋ ਕੇ 2017 ਦੇ ਵਿੱਚ ਕੱਢਿਆ ਗਿਆ। 2017 ਦੇ ਵਿੱਚ ਜਦੋਂ ਰਿਜ਼ਲਟ ਕੱਢਿਆ ਤੇ ਗਰੀਬਾਂ ਦੀਆਂ ਧੀਆਂ ਸੜਕਾਂ ਤੇ ਬਹਿ ਗਈਆਂ ਆ ਕੇ ਕਿ ਸਾਨੂੰ ਕਿਸੇ ਤਰ੍ਹਾਂ ਦੇ ਨਾਲ ਨੌਕਰੀ ਦਿੱਤੀ ਜਾਵੇ, ਕਿਉਂਕਿ ਉਹ ਵੱਧ ਮੈਰਿਟ ਵਾਲੀਆਂ ਸੀਗੀਆਂ, ਘੱਟ ਮੈਰਿਟ ਵਾਲੇ ਉਹਨਾਂ ਨੇ ਰੱਖ ਵੀ ਲਏ 2011 ਦੇ ਵਿੱਚ। ਚੰਨੀ ਸਰਕਾਰ ਨੇ ਇਹ ਇੱਕ ਵਾਰੀ ਵੀ ਆ ਕੇ ਇਹ ਨਹੀਂ ਸੋਚਿਆ ਕਿ ਕਿਸ ਤਰੀਕੇ ਨਾਲ ਇਹ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ। ਹੌਲੀ-ਹੌਲੀ ਜਥੇਬੰਦੀਆਂ ਰਲਦੀਆਂ ਗਈਆਂ, ਹੌਲੀ-ਹੌਲੀ ETT ਵਾਲੇ ਆ ਗਏ, ਹੌਲੀ-ਹੌਲੀ B.Ed ਵਾਲੇ ਆ ਗਏ, ਹੌਲੀ-ਹੌਲੀ TET ਵਾਲੇ ਆ ਗਏ। ਸੋ ਸਾਰੀਆਂ ਜਥੇਬੰਦੀਆਂ ਜਦੋਂ ਇਕੱਠੀਆਂ ਹੋ ਕੇ ਪ੍ਰਗਟ ਸਿੰਘ ਦੇ ਦਰਾਂ ਦੇ ਮੂਹਰੇ ਬਹਿ ਗਈਆਂ, ਦੂਸਰੇ ਪਾਸੇ ਜਦੋਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕੋਲ ਚਲ ਗਈਆਂ, ਚਲੋ ਠੀਕ ਆ, ਇੱਕ ਦੋ ਵਾਰੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹਿ ਦਿੱਤਾ ਵੀ ਚਲੋ ਠੀਕ ਹੈ ਤੁਹਾਡੇ ਮਸਲੇ ਦਾ ਹੱਲ ਕਰ ਦਿਆਂਗੇ। ਪਰ ਫਿਰ ਦੂਸਰੇ ਪਾਸੇ ਚੰਨੀ ਨੇ ਵੀ ਆ ਕੇ ਕਹਿ ਦਿੱਤਾ ਵੀ ਮੈਂ ਤੁਹਾਡੇ ਕੋਲ ਖੁਦ ਚੱਲ ਕੇ ਆਇਆ ਧਰਨੇ ਉੱਤੇ, ਤੁਸੀਂ ਫਿਕਰ ਨਾ ਕਰੋ, ਤੁਹਾਡਾ ਮਸਲਾ ਹੱਲ ਕਰ ਦਿਆਂਗੇ। ਹੁਣ ਕਰ ਕਦੋਂ ਦਿਆਂਗੇ? ਕੀ ਇਹ ਮਸਲੇ ਹੱਲ ਹੋਣਗੇ ਜਾਂ ਨਹੀਂ ਹੋਣਗੇ, ਜਾਂ ਫਿਰ ਇਹ ਸਿਰਫ ਐਲਾਨ ਹੀ ਹੈ? ਦੂਜੀ ਗੱਲ, ਵੱਡੇ-ਵੱਡੇ ਬੋਰਡ ਲਾ ਕੇ ਆਮ ਲੋਕਾਂ ਦੇ ਟੈਕਸਾਂ ਉੱਤੇ ਉਹ ਬੋਰਡ, ਕਿਉਂਕਿ ਚੰਨੀ ਸਾਹਿਬ ਨੇ ਆਪ ਇੰਨੀ ਵੱਡੀ ਕਮਾਈ ਨਹੀਂ ਕੀਤੀ, ਬੇਸ਼ੱਕ ਉਹਨਾਂ ਨੇ ਕੰਮ ਹਰ ਇੱਕ ਕੀਤਾ ਹੋਇਆ ਹੈ। ਕੰਮ ਉਹ ਸਾਰੇ ਦੱਸ ਦਿੰਦੇ ਆ ਕਿ ਮੈਂ ਇੱਥੇ ਵੀ ਕੀਤਾ, ਉੱਥੇ ਵੀ ਕੀਤਾ, ਆਹ ਵੀ ਕੀਤਾ ਹੈ ਤਾਂ ਉਹ ਵੀ ਕੀਤਾ ਹੈ। ਠੀਕ ਆ, ਰੱਬ ਸੁੱਖ ਰੱਖੇ ਉਹ ਹਰ ਕੰਮ ਦੇ ਵਿੱਚ ਨਿਪੁੰਨ ਹੋਣ, ਅਸੀਂ ਉਹਨਾਂ ਵਾਸਤੇ ਦੁਆ ਵੀ ਕਰਦੇ ਹਾਂ ਔਰ ਉਹ ਅਗਲੇ ਆਉਣ ਵਾਲੇ ਸਮੇਂ ਵਿੱਚ ਵੀ ਕੰਮ ਸਿੱਖਣ। ਪਰ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਬਈ ਹਰ ਕੰਮ ਨੂੰ ਸਿੱਖਣਾ ਤੇ ਹਰ ਕੰਮ ਦੇ ਵਿੱਚ ਨਿਪੁੰਨ ਹੋਣਾ ਦੋਨੇ ਦੋ ਮਾਨਤਾਵਾਂ ਲੈ ਕੇ ਚੱਲਦਾ। ਕਿਉਂਕਿ ਆਮ ਲੋਕਾਂ ਵਿੱਚ ਜਦੋਂ ਉਹ ਵਿਚਰਦੇ ਨੇ ਉਸ ਵੇਲੇ ਉਹਨਾਂ ਨੂੰ ਇਹ ਤਾਂ ਪਤਾ ਲੱਗ ਜਾਂਦਾ ਵੀ ਗਾਰੇ ਦੇ ਵਿੱਚ ਗਾਂ ਡਿੱਗੀ ਹੋਈ ਆ। ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਟਾਵਰ ਦੇ ਉੱਤੇ ਅਧਿਆਪਕ ਚੜ੍ਹਿਆ ਹੋਇਆ? ਉਹਨਾਂ ਨੂੰ ਇਹ ਕਿਉਂ ਨਹੀਂ ਪਤਾ ਲੱਗਦਾ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਜਿਹੜੇ ਪ੍ਰੋਫੈਸਰ ਨੇ ਉਹ ਧਰਨਾ ਲਾ ਕੇ ਬੈਠੇ ਹੋਏ ਨੇ? ਉਹਨਾਂ ਨੂੰ ਇਹ ਕਿਉਂ ਨਹੀਂ ਪਤਾ ਲੱਗਦਾ ਕਿ ਸੜਕਾਂ ਦੇ ਉੱਤੇ ਗਰੀਬਾਂ ਦੀਆਂ ਧੀਆਂ ਪਿਛਲੇ 11 ਸਾਲਾਂ ਤੋਂ ਰੁਲ ਰਹੀਆਂ ਨੇ? ਉਹਨਾਂ ਦੇ ਵਾਸਤੇ ਐਲਾਨ ਕਦੋਂ ਹੋਣਗੇ? ਉਹਨਾਂ ਵਾਸਤੇ ਕੋਈ ਉਹਨਾਂ ਦੀ ਨਜ਼ਰਸਾਨੀ ਨਹੀਂ, ਕੋਈ ਉੱਧਰ ਦੇਖਣ ਦੀ ਲੋੜ ਨਹੀਂ। ਇਹ ਜ਼ਰੂਰ ਆ ਸੋਸ਼ਲ ਮੀਡੀਆ ਉੱਤੇ ਆਪਣਾ ਜਿਹੜਾ ਹੈ ਉਹ ਇੱਕ ਦਬਦਬਾ ਜ਼ਰੂਰ ਕਾਇਮ ਕਰ ਲਿਆ। ਇਹੀ ਹਾਲ ਜਿਹੜਾ ਹੈ ਉਹ ਮੋਦੀ ਸਾਹਿਬ ਹੁਣਾਂ ਦਾ ਹੁੰਦਾ ਸੀ। ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਮੀਡੀਆ ਨੂੰ ਨੱਥ ਪਾਈ, ਉਸ ਤੋਂ ਬਾਅਦ ਵਿੱਚ ਹੌਲੀ-ਹੌਲੀ ਕਰਕੇ ਉਹ ਲੋਕਾਂ ਦੇ ਵਿੱਚ ਜਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਔਰ ਹਰ ਤਰ੍ਹਾਂ ਦੇ ਲੋਕਾਂ ਵਿੱਚ ਜਾ ਕੇ ਆਪਣੀ ਇਹ ਇਮੇਜ ਬਣਾਈ ਕਿ ਮੈਂ ਆਹ ਵੀ ਕੰਮ ਕਰ ਸਕਦਾ, ਮੈਂ ਆਹ ਵੀ ਕੰਮ ਕਰ ਸਕਦਾ। ਪਰ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਵੱਡਾ ਫਰਕ ਹੈ। ਸੋ ਇਸ ਕਰਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਐਲਾਨ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਬਾਕੀ ਰਹੀ ਗੱਲ ਵਾਅਦਿਆਂ ਨੂੰ, ਬਈ ਵਾਅਦੇ ਵਫਾ ਹੋਏ ਕਿ ਨਹੀਂ ਹੋਏ, ਉਹ ਮੈਨੂੰ ਲੱਗਦਾ ਕਿ ਮੇਰੇ ਨਾਲੋਂ ਵੱਧ ਲੋਕ ਜਾਣਦੇ ਨੇ ਕਿ ਹੁਣ ਤੱਕ ਕੁਛ ਨਹੀਂ ਹੋਇਆ। ਏਦਾਂ ਦਾ ਗਰਾਊਂਡ ਪੱਧਰ ਦੇ ਉੱਤੇ, ਜ਼ਮੀਨੀ ਪੱਧਰ ਦੇ ਉੱਤੇ ਤੁਸੀਂ ਦੇਖੋ, ਰੇਤਾ ਦੀ ਉਹਨਾਂ ਨੇ ਗੱਲ ਕੀਤੀ, ਪਰ ਰੇਤਾ ਜਿਹੜੀ ਹੈ ਉਹ ਮਿਲਦੀ ਕਿਹੜੀ ਹੈ? 5 ਰੁਪਏ ਵਾਲੀ ਮਿਲਦੀ ਹੈ। ਰੇਤਾ ਦੇ ਗ੍ਰੇਡ ਲੱਗੇ ਹੋਏ ਨੇ। 5 ਰੁਪਏ ਵਾਲੀ ਕਿਹੜੀ ਆ, 7 ਵਾਲੀ ਕਿਹੜੀ ਹੈਗੀ ਆ, 20 ਵਾਲੀ ਕਿਹੜੀ ਹੈ, 22 ਵਾਲੀ ਕਿਹੜੀ ਹੈ, ਉਹਨਾਂ ਦੀਆਂ ਕੁਆਲਿਟੀਆਂ ਉੱਤੇ ਡਿਪੈਂਡ ਹੈਗੇ ਆ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਚੰਨੀ ਸਾਹਿਬ ਉਹਨਾਂ ਨੇ ਕੈਸ਼ ਕੀਤੀਆਂ ਨੇ, ਉਹਨਾਂ ਨੇ ਸਿਰਫ ਐਲਾਨ ਕੀਤੇ ਨੇ। ਇਸ ਤੋਂ ਵੱਧ ਕੇ ਜੇ ਆਪਾਂ ਇਹ ਕਹਿ ਲਈਏ ਕਿ ਉਹਨਾਂ ਨੇ ਕੋਈ ਪ੍ਰੈਕਟੀਕਲੀ ਕੰਮ ਕੀਤਾ, ਨਹੀਂ, ਹਾਲੇ ਤੱਕ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਹੀ ਲੱਗੇ ਹੋਏ ਨੇ। ਅੱਗੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰੀਬਾਂ ਦਾ ਕੀ ਬਣਦਾ। ਬਾਕੀ ਗਰੀਬਾਂ ਦੇ ਕਰਕੇ ਜਿਹੜੇ ਹੌਲੀ-ਹੌਲੀ ਕਰਕੇ ਅਮੀਰ ਹੁੰਦੇ ਨੇ ਨਾ, ਉਹ ਕਿਤੇ ਨਾ ਕਿਤੇ ਜਦੋਂ ਹੁਕਮਰਾਨ ਮਤਲਬ ਏਦਾਂ ਦੇ ਹੋ ਜਾਣ ਤੇ ਗਰੀਬ ਲੋਕ ਫਿਰ ਜਾਗਦੇ ਨੇ ਤੇ ਫਿਰ ਹੁਕਮਰਾਨਾਂ ਨੂੰ ਨਾ ਭੱਜਣ ਨੂੰ ਜਗ੍ਹਾ ਨਹੀਂ ਲੱਭਦੀ ਹੁੰਦੀ। ਇਸ ਕਰਕੇ ਆਪਾਂ ਨੂੰ ਇਹ ਸੋਚ ਵਿਚਾਰਨਾ ਚਾਹੀਦਾ, ਪੰਜਾਬ ਸਰਕਾਰ ਨੂੰ ਸੋਚ ਵਿਚਾਰਨਾ ਚਾਹੀਦਾ, ਚੰਨੀ ਸਾਹਿਬ ਨੂੰ ਸੋਚ ਵਿਚਾਰਨਾ ਚਾਹੀਦਾ ਕਿ ਐਲਾਨ ਕਿਹੜਾ ਕਰਨਾ, ਕਿਹੜਾ ਵਾਅਦਾ ਵਫਾ ਹੋ ਸਕਦਾ, ਕਿਹੜਾ ਨਹੀਂ ਹੋ ਸਕਦਾ। ਜੀ ਸੋਂਧੀ ਸਾਹਿਬ, ਹੁਣ ਗੱਲ ਕਰ ਲੈਂਦੇ ਹਾਂ ਆਪਾਂ ਸਿਆਸੀ ਜੋੜ ਤੋੜ ਜਿਹੜਾ ਹੋ ਰਿਹਾ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਸਿਆਸੀ ਪਾਰਟੀਆਂ ਹੁਣ ਜੋੜ ਤੋੜ 'ਚ ਲੱਗੀਆਂ ਨੇ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਗੱਠਜੋੜ ਕਰ ਲਿਆ, ਉੱਧਰੋਂ BJP ਵੀ ਹੁਣ ਆਪਣਾ ਆਧਾਰ ਬਚਾਉਣ ਦੇ ਵਿੱਚ ਲੱਗੀ ਹੋਈ ਹੈ, ਆਧਾਰ ਵਧਾਉਣ ਦੇ ਵਿੱਚ ਲੱਗੀ ਹੋਈ ਹੈ। ਕੈਪਟਨ ਸਾਹਿਬ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਗੱਠਜੋੜ ਹੁਣ ਤੈਅ ਹੋ ਗਿਆ। ਢੀਂਡਸਾ ਸਾਹਿਬ ਵੀ ਸ਼ਾਇਦ ਉਹਨਾਂ ਦੇ ਨਾਲ ਆ ਜਾਣ
ਤੇ ਹੋ ਸਕਦਾ ਜਿਵੇਂ ਜਿਵੇਂ ਵੋਟਾਂ ਨਜ਼ਦੀਕ ਆਉਣ ਹੋਰ ਕੁਝ ਐਮਐਲਏ ਜਾਂ ਹੋਰ ਕਿਸੇ ਪਾਰਟੀਆਂ ਦੇ ਆਗੂ ਵੀ ਟੁੱਟ ਕੇ ਇੱਧਰ ਨੂੰ ਚਲੇ ਜਾਣ ਬੀਜੇਪੀ ਵੱਲ। ਸੋ ਹੁਣ ਰੈਲੀਆਂ ਵੀ ਹੋਣ ਲੱਗ ਪਈਆਂ ਨੇ, ਬੀਜੇਪੀ ਦੀਆਂ ਆਗੂ ਵੀ ਬਾਹਰ ਨਿਕਲਣ ਜੋਗੇ ਹੋ ਗਏ ਆ, ਲੋਕਾਂ ਨਾਲ ਮਿਲ ਰਹੇ ਨੇ, ਨੁੱਕੜ ਮੀਟਿੰਗਾਂ ਵੀ ਕਰ ਰਹੇ ਨੇ। ਆਧਾਰ ਬੀਜੇਪੀ ਬਣਾ ਰਹੀ ਆ, ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ। ਕਾਫੀ ਆਗੂ ਵੀ ਸ਼ਾਮਿਲ ਹੋ ਗਏ ਨੇ ਪੰਜਾਬ ਦੇ, ਚਾਹੇ ਉਹ ਆਪਾਂ ਗੱਲ ਕਰੀਏ ਕਾਰੋਬਾਰੀ, ਚਾਹੇ ਉਹ ਸਿਆਸੀ ਆਗੂ ਹੋਣ ਜਾਂ ਕੁਝ ਧਾਰਮਿਕ ਆਗੂ ਵੀ ਬੀਜੇਪੀ ਨੂੰ ਸਪੋਰਟ ਕਰਦੇ ਹੋਏ ਦਿਖਾਈ ਦੇ ਰਹੇ ਨੇ। ਕਿਵੇਂ ਦੇਖਦੇ ਹੋ? ਇੱਕ ਵਾਰੀ ਬੀਜੇਪੀ ਪੰਜਾਬ ਦੇ ਵਿੱਚੋਂ ਪੂਰੀ ਤਰ੍ਹਾਂ ਇੱਕ ਬੈਕਫੁੱਟ 'ਤੇ ਚਲੇ ਗਈ ਸੀ, ਦੁਬਾਰਾ ਹੁਣ ਸਿਆਸੀ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੀ ਨਾਲ ਆ ਗਏ ਨੇ। ਹੁਣ ਕਿਵੇਂ ਦੇਖਦੇ ਹੋ ਇਹ ਜਿਹੜਾ ਧੜਾ ਬਣ ਰਿਹਾ ਹੈ, ਜਿਹੜਾ ਸਿਆਸੀ ਧੜਾ ਹੁਣ ਤਿਆਰ ਹੋ ਰਿਹਾ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ, ਕਿੰਨਾ ਕਿ ਇਸ ਦਾ ਪ੍ਰਭਾਵ ਰਹਿ ਸਕਦਾ ਹੈ? ਕੀ ਸਰਕਾਰ ਬਣਾਉਣ ਦੇ ਜਿਹੜੇ ਦਾਅਵੇ ਬੀਜੇਪੀ ਕਰ ਰਹੀ ਹੈ, ਕੀ ਉਹਦੇ ਵਿੱਚ ਕੁਝ ਸੱਚਾਈ ਹੈ? ਸਰਕਾਰ ਬਣਾਉਣ ਦੇ ਨਜ਼ਦੀਕ ਵੀ ਪਹੁੰਚ ਸਕਦੀ ਹੈ ਬੀਜੇਪੀ? ਇੱਕ ਨਾ ਲਾइन ਹੁੰਦੀ ਹੈ कि हम जिस दौर से गुजरे हैं तुम गुजरते तो गुजर जाते। ਕਿਤੇ ਕਿਤੇ ਇਹ ਲੱਗਦਾ ਕਿ ਬੀਜੇਪੀ ਜਿਸ ਦੌਰ ਦੇ ਵਿੱਚੋਂ ਗੁਜ਼ਰੀ ਹੈ ਨਾ, ਉਹ ਇੱਕ ਦੌਰ ਉਹਨਾਂ ਵਾਸਤੇ ਬਹੁਤ ਵੱਡਾ ਇੱਕ ਕਾਲਾ ਦੌਰ ਸੀ। ਪਰ ਕਿਸਾਨੀ ਅੰਦੋਲਨ ਜਿੰਨੀ ਦੇਰ ਤੱਕ ਦਿੱਲੀ ਦੀਆਂ ਬਰੂਹਾਂ ਤੇ ਰਿਹਾ, ਓਨੀ ਦੇਰ ਤੱਕ ਬੀਜੇਪੀ ਪੰਜਾਬ ਦੇ ਵਿੱਚ ਕੁਛ ਪਰਸੈਂਟ ਜਿਹੜੇ ਹੈ ਉਹ ਐਗਜ਼ਿਸਟ ਕਰਦੀ ਸੀ। ਹਾਲੇ ਹਿਡਨ ਜਿਹੜੀ ਵੋਟ ਹੁੰਦੀ ਹੈ ਨਾ, ਉਹ ਵੀ ਸ਼ਹਿਰੀ ਤਬਕੇ ਦੀ ਉਹ ਅਜੇ ਸੀ, ਜਿਹੜੀ ਕਿ ਮੋਦੀ ਦੇ ਨਾਲ ਖੜੀ ਸੀ। ਮੋਦੀ ਸਾਹਿਬ ਹੋਰਾਂ ਨੇ ਜਿਸ ਦਿਨ ਐਲਾਨ ਕਰ ਦਿੱਤਾ ਕਿ ਕਿਸਾਨੀ ਅੰਦੋਲਨ ਜਿਹੜਾ ਹੈ, ਆਪਣੇ ਤਿੰਨੇ ਬਿੱਲ ਜਿਹੜੇ ਨੇ ਉਹ ਅਸੀਂ ਰਿਪੀਲ ਕਰਦੇ ਹਾਂ, ਉਸ ਤੋਂ ਬਾਅਦ ਵਿੱਚ ਜਿਵੇਂ-ਜਿਵੇਂ ਵੀ ਜੋ ਕਾਰਵਾਈਆਂ ਹੋਈਆਂ ਨੇ, ਉਸ ਤੋਂ ਬਾਅਦ ਵਿੱਚ ਜੇ ਆਪਾਂ ਦੇਖੀਏ ਤਾਂ ਬੀਜੇਪੀ ਦਾ ਓਨਾ ਰੁਝਾਨ ਜਿਹੜਾ ਹੈ, ਕਿਉਂਕਿ ਬੀਜੇਪੀ ਦੀ ਆਪਣੀ ਜਿਹੜੀ ਵੋਟ ਹੈ ਨਾ ਕਿਤੇ ਟੁੱਟਣੀ ਸ਼ੁਰੂ ਹੋ ਗਈ। ਹੁਣ ਗੱਲ ਕਰੀਏ ਆਪਾਂ ਕਾਂਗਰਸ ਦੀ, ਯਾਨੀ ਕਿ ਅਸਲੀ ਕਾਂਗਰਸ ਜਿਹਨੂੰ ਮੈਂ ਕੌਮਿਆਂ ਦੇ ਵਿੱਚ ਵੀ ਮੈਂ ਲਿਖਦੇ ਆ ਨਾ, ਤੇ ਉਹ ਕੈਪਟਨ 4.5 ਸਾਲ ਉਹਨਾਂ ਨੇ ਕੁਛ ਨਹੀਂ ਕੀਤਾ, ਮੁੜ ਕੇ ਆ ਕੇ ਫਿਰ ਚੰਨੀ ਸਾਹਿਬ ਹੁਣਾਂ ਨੂੰ, ਵੈਸੇ ਮੈਂ ਚੰਨੀ ਸਾਹਿਬ ਹੁਣਾਂ ਨੂੰ ਵੀ ਇੱਥੇ ਨਾਲ ਹੀ ਇਨਕਲੂਡ ਕਰ ਲਵਾਂ ਬਈ ਅਣਮਨੁੱਖੀ ਜਿਹੜਾ ਹੈ ਨਾ ਇੱਕ ਤਸ਼ੱਦਦ ਢਾਇਆ ਗਿਆ ਜਿਹੜਾ ਅਧਿਆਪਕਾਂ ਦੇ ਉੱਤੇ, ਤੇ ਇੱਕ ਡੀਐਸਪੀ ਦੇ ਵੱਲੋਂ, ਤੇ ਉਹਦੇ ਉੱਤੇ ਵੀ ਉਹਨਾਂ ਦੀ ਅਜੇ ਤੱਕ ਨਿਗਾਹ ਨਹੀਂ ਗਈ। ਪਰ ਚਲੋ ਖੈਰ, ਆਪਾਂ 4.5 ਸਾਲ ਦਾ ਜੇ ਨਾ ਥੋੜਾ ਜਿਹਾ ਬਿਊਰਾ ਦੇਖ ਲਈਏ ਤਾਂ ਕੈਪਟਨ ਸਾਹਿਬ ਦਾ ਗ੍ਰਾਫ ਵੀ ਇਹੋ ਜਿਹਾ ਹੈਗਾ ਕਿ ਸਿਸਮਾ ਫਾਰਮ ਦੇ ਵਿੱਚ ਬੈਠ ਕੇ ਜਾਂ ਫਿਰ ਆਪਣੇ ਮਹਿਲਾਂ ਦੇ ਵਿੱਚ ਬੈਠ ਕੇ ਉਹ ਆਨਲਾਈਨ ਕਰੋਨਾ ਦੇ ਦੌਰ ਦੇ ਵਿੱਚ ਟਿਕਟੋਕਰਾਂ ਨੂੰ ਨੌਕਰੀਆਂ ਦਿੰਦੇ ਰਹੇ। ਸੋ ਉਹ ਹੁਣ ਇੱਕ ਝਾਕ ਦੇ ਵਿੱਚ ਨੇ, ਕਿਉਂਕਿ ਉਹਨਾਂ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਕਿਸੇ ਨੇ ਕੋਈ ਇਲੈਕਸ਼ਨ ਨਹੀਂ ਲੜਨੀ, ਉਹਨਾਂ ਦੇ ਪਰਿਵਾਰ ਦੇ ਵੱਲੋਂ ਸਹਿਯੋਗ ਜ਼ਰੂਰ ਦਿੱਤਾ ਜਾ ਰਿਹਾ, ਇੱਥੋਂ ਤੱਕ ਕਿ ਪ੍ਰਨੀਤ ਕੌਰ ਹੋਰਾਂ ਦੇ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹਾਲੇ ਤੱਕ, ਉਹ ਹਿਡਨ ਹੁੰਦਾ ਹੈ ਸਾਰਾ ਕੁਝ, ਉਹ ਲੋਕੀ ਜਾਣਦੇ ਨੇ। ਪਰ ਕਿਤੇ ਨਾ ਕਿਤੇ ਇਹਦੇ ਨਾਲ ਭਾਜਪਾ ਹੁਣ ਹੌਲੀ-ਹੌਲੀ ਕਰਕੇ ਲੋਕਾਂ ਦੇ ਮਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਜ਼ਰੂਰ ਹੋਈ ਆ। ਪਰ ਜੇ ਕਿਤੇ ਮੋਦੀ ਸਾਹਿਬ ਇਹ ਜਿਹੜੇ ਅੰਦੋਲਨ ਨੇ ਜਾਂ ਫਿਰ ਇਹ ਜਿਹੜੇ ਬਿੱਲ ਹੈ ਇਹਨਾਂ ਨੂੰ ਵਾਪਸ ਨਾ ਕਰਦੇ, ਤਾਂ ਸ਼ਾਇਦ ਭਾਜਪਾ ਹੁਣ ਨਾਲੋਂ ਜ਼ਿਆਦਾ ਸਟਰੋਂਗ ਹੁੰਦੀ, ਕਿਉਂਕਿ ਹਿਡਨ ਵੋਟ ਇੰਨੀ ਜ਼ਿਆਦਾ ਸੀ। ਇਸ ਏਰੀਏ ਦੇ ਵਿੱਚ ਇਸ ਲੋਕਤੰਤਰ ਦਾ ਇੱਕ ਨਾ ਬੜਾ ਖੂਬਸੂਰਤ ਪੱਖ ਹੈ ਸੰਧੂ ਸਾਹਿਬ, ਕਿ ਇਹਦੇ ਵਿੱਚ ਨਾ ਤੁਸੀਂ ਵਿਰੋਧ ਵੀ ਕਰ ਸਕਦੇ ਆ, ਵਿਰੋਧ ਨੂੰ ਆਪਣੇ ਮਨ ਦੇ ਵਿੱਚ ਵੀ ਰੱਖ ਸਕਦੇ ਆ, ਔਰ ਉਹ ਵੋਟ ਦੇ ਜ਼ਰੀਏ ਜਿਤਾ ਵੀ ਸਕਦੇ ਆ। ਨੋ ਡਾਊਟ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਖੜਾ ਸੀ, ਪਰ ਜਿਹੜੀ ਬੀਜੇਪੀ ਦੀ ਕੱਟੜ ਵੋਟ ਸੀਗੀ ਉਹ ਬੀਜੇਪੀ ਦੇ ਨਾਲ ਵੀ ਖੜੀ ਸੀ। ਪਰ ਜਦੋਂ ਮੋਦੀ ਹੁਣਾਂ ਨੇ ਐਲਾਨ ਕਰ ਦਿੱਤਾ ਕਿ ਇਹ ਜਿਹੜੇ ਬਿੱਲ ਨੇ ਇਹ ਵਾਪਸ ਲਏ ਜਾਂਦੇ ਆ, ਉਸ ਵੇਲੇ ਸੱਚ ਜਾਣਿਓ ਹੈ ਉਹ ਖਿੱਲਰ ਗਿਆ, ਔਰ ਉਸ ਵੇਲੇ ਲੋਕੀ ਮੋਦੀ ਨਾਲੋਂ ਟੁੱਟਣ ਦੀ ਕੋਸ਼ਿਸ਼ ਕਰਨ ਲੱਗ ਪਏ। ਸੋ ਇਸ ਵੇਲੇ ਸਮੀਕਰਨ ਇਹ ਨੇ ਕਿ ਬੀਜੇਪੀ ਦਾ ਜਿਹੜਾ ਹੈ ਉਹ ਆਪਣੀ ਜਿਹੜੀ ਸਾਖ ਆ ਉਹ ਹੌਲੀ-ਹੌਲੀ ਕਰਕੇ ਉਹਨਾਂ ਨੂੰ ਬਣਾਉਣ ਦੀ ਜ਼ਰੂਰਤ ਆ। ਅਦਰਵਾਈਜ਼ ਜਿਹੜਾ ਹੈ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਜੇ ਕਾਂਗਰਸ ਦੇ ਨਾਲ ਵੀ ਰਲ ਜਾਏ। ਹਾਂ, ਕੈਪਟਨ ਸਾਹਿਬ ਹੁਣਾਂ ਦਾ ਆਪਣਾ ਜ਼ਰੂਰ ਅਸਰ ਰਸੂਖ ਹੈ, ਕੁਛ ਜਿਹੜਾ ਹੈ ਜਿਵੇਂ ਤੁਸੀਂ ਕਿਹਾ ਕਿ ਹੋਰ ਪੋਲੀਟੀਕਲ ਪਾਰਟੀਜ਼ ਹੈਗੀਆਂ, ਜੇ ਉਹ ਅਲਾਈਅੰਸ ਕਰ ਲੈਂਦੀਆਂ ਫਿਰ ਉਹਨਾਂ ਦੇ ਨਾਲ ਕੁਛ ਨਾ ਕੁਛ ਬਣ ਜਾਏਗਾ। ਪਰ ਗੱਲ ਉਹੀ ਆ ਵੀ ਮੈਂ ਨਾ ਮੁੜਾਂ ਰੰਝੇਟਣੇ ਤੋਂ, ਤੇ ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜਾਏ। ਸੋ ਕੈਪਟਨ ਸਾਹਿਬ ਦੀ ਗੱਲ ਤਾਂ ਉਹੀ ਆ ਵੀ ਜੋ ਮਰਜ਼ੀ ਹੋ ਜਾਏ, ਵੀ ਸਾਡੀ ਭਾਵੇਂ ਮੈਂ ਮਰ ਜਾਏ, ਦੂਜੇ ਦਾ ਕੁੱਕੜ ਜ਼ਰੂਰ ਮਰਨਾ ਚਾਹੀਦਾ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਤੇ ਨਾ ਕਿਤੇ ਸਾਨੂੰ ਪਿੰਚ ਕਰਦੀਆਂ ਨੇ, ਪੰਜਾਬ ਦੇ ਲੋਕਾਂ ਨੂੰ ਵੀ ਪਿੰਚ ਕਰਦੀਆਂ ਨੇ। 4.5 ਸਾਲ ਵਿੱਚ ਕੁਛ ਨਹੀਂ ਕਰਕੇ ਦਿਖਾਇਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਫਿਰ ਬਗਾਵਤ ਵੀ ਕੀਤੀ, ਕਿਉਂਕਿ ਕਹਿੰਦੇ ਹੁੰਦੇ ਨਾ ਵੀ ਧੌਣਾ ਨੂੰ ਬਾਗੀ ਹੋਣਾ ਪੈਂਦਾ, ਇਨਕਲਾਬੀ ਵੀ ਹੋਣਾ ਪੈਂਦਾ ਜਿਸ ਵੇਲੇ ਸੱਚ ਦੀ ਲੋੜ ਹੋ ਜਾਏ ਤਾਂ। ਉਸ ਤੋਂ ਬਾਅਦ ਵਿੱਚ ਫਿਰ ਜੋ ਸਮੀਕਰਨ ਆ ਉਹ ਤੁਹਾਡੇ ਸਾਹਮਣੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਨਾਲ ਕੋਈ ਫਰਕ ਪਊਗਾ। ਇਹ ਕੁਛ ਨਾ ਕੁਛ ਕਾਂਗਰਸ ਦੀ ਵੋਟ ਜ਼ਰੂਰ ਤੋੜਨ ਦੀ ਕੋਸ਼ਿਸ਼ ਕਰਨਗੇ,
ਪਰ ਇਹਦੇ ਨਾਲ ਜ਼ਿਆਦਾ ਫਰਕ ਨਹੀਂ ਪੈਣਾ। ਜਿਹੜੀਆਂ ਮੇਜਰ ਪਾਰਟੀਆਂ ਨੇ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ, ਤੇ ਤੀਸਰਾ ਜਿਹੜਾ ਹੈਗਾ ਉਹ ਧਿਰ ਆਪਾਂ ਜੇ ਲਾ ਲਈਏ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੈ। ਔਰ ਉਹ ਵੀ ਗੱਠਜੋੜ ਕਿਵੇਂ ਹੋਇਆ ਉਹ ਤੁਹਾਨੂੰ ਪਤਾ ਹੀ ਹੈ। ਸੋ ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਹੈ ਉਹ ਮੁਕਾਬਲਾ ਹੋ ਸਕਦਾ ਹੈ। ਸੋ ਰਹੀ ਗੱਲ ਬੀਜੇਪੀ ਦੀ, ਹੌਲੀ ਹੌਲੀ ਕਰਕੇ ਉੱਪਰ ਆ ਸਕਦੀ ਹੈ, ਪਰ ਜਿਸ ਤਰੀਕੇ ਨਾਲ ਉਹਨਾਂ ਨੇ ਜੋਸ਼ੀ ਸਾਹਿਬ ਨੂੰ, ਅੰਮ੍ਰਿਤਸਰੋਂ ਅਨਿਲ ਜੋਸ਼ੀ ਨੂੰ ਖੂੰਜੇ ਲਾ ਕੇ ਸੁੱਟਿਆ, ਜਿਸ ਤਰੀਕੇ ਦੇ ਨਾਲ ਬੀਜੇਪੀ ਨੇ ਮਾਸਟਰ ਮੋਹਨ ਲਾਲ ਹੋਣਾ ਨੇ ਮਾਸਟਰ ਮੋਹਨ ਲਾਲ ਹੋਣਾ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਯੂਜ਼ ਕੀਤਾ ਕਿ ਜਿੰਨਾ ਚਿਰ ਚੱਲਦੇ ਰਹੇ ਉਸ ਤੋਂ ਬਾਅਦ ਵੀ ਸੁੱਟ ਦਿੱਤਾ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਬੀਜੇਪੀ ਦੇ ਵਿੱਚ, ਇਹ ਦਰਾੜ ਪੈਦਾ ਕਰਦੀਆਂ ਨੇ। ਉਸੇ ਬੀਜੇਪੀ ਦੇ ਨਾਲ ਕੈਪਟਨ ਸਾਹਿਬ ਮਿਲ ਜਾਣਗੇ, ਜਿਹੋ ਜਿਹੀ ਉਹਨਾਂ ਦੀ ਪਰਫਾਰਮੈਂਸ ਰਹੀ ਆ ਕਾਂਗਰਸ ਦੇ ਵਿੱਚ ਪਹਿਲਾਂ 4.5 ਸਾਲ, ਉਹੋ ਜਿਹੀ ਕਾਂਗਰਸ ਤੋਂ ਇਲਾਵਾ ਜਿਹੜਾ ਹੁਣ ਇਹ ਮਿਲਗੋਭਾ ਬਣੂਗਾ ਪਾਰਟੀਆਂ ਦਾ, ਉਹਦੇ ਵਿੱਚ ਰਹੂਗੀ। ਸੋ ਕੁਛ ਨਿਕਲਣਾ ਪਾਉਣਾ ਕੁਛ ਨਹੀਂ ਹੈ ਜੀ ਇਹਦੇ ਵਿੱਚੋਂ, ਪਰ ਫਿਰ ਵੀ ਕਿੱਦਾਂ ਸਿਆਸੀ ਸਮੀਕਰਨ ਹੁੰਦੇ ਆ ਇਹ ਦੇਖਣ ਦੇ ਵਿੱਚ ਇੱਕ ਰੌਚਕਤਾ ਜ਼ਰੂਰ ਆ ਚੁੱਕੀ। ਅੱਜ ਪੰਜਾਬ ਵਿਕਲਪ ਦੀ ਤਲਾਸ਼ 'ਚ ਹੈ। ਪੰਜਾਬ ਦਾ ਦੁਰਭਾਗਯ ਰਿਹਾ ਕਿ ਪੰਜਾਬ ਦੇ ਅੰਦਰ ਸੱਤਾਵਾਂ ਦਾ ਪਰਿਵਰਤਨ ਹੁੰਦਾ ਰਿਹਾ, ਪੰਜਾਬ ਦੇ ਅੰਦਰ ਵਿਵਸਥਾ ਦਾ ਪਰਿਵਰਤਨ ਨਹੀਂ ਹੋਇਆ। ਪੰਜਾਬ ਦੇ ਅੰਦਰ ਇੱਕ ਵਾਰੀ ਕਾਂਗਰਸ ਆ ਗਈ, ਇੱਕ ਵਾਰੀ ਅਕਾਲੀ ਦਲ ਆ ਗਿਆ, ਨਵੇਂ ਜੈ ਘੋਸ਼ ਦੇ ਨਾਲ, ਨਵੇਂ ਨਾਰਿਆਂ ਦੇ ਨਾਲ ਆ ਗਿਆ। ਲੇਕਿਨ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਮੁੱਦੇ ਨੇ, ਕਦੀ ਵੀ ਉਹਨਾਂ ਮੁੱਦਿਆਂ ਦੇ ਉੱਤੇ ਪੰਜਾਬ ਦੀ ਗੱਲ ਨਹੀਂ ਹੋਈ। ਪੰਜਾਬ ਦੇ ਲੋਕਾਂ ਨੂੰ ਜਿਹੜੀ ਰੀਝਾਂ ਨਾਲ, ਜਿਹੜੇ ਚਾਹ ਦੇ ਨਾਲ ਸਰਕਾਰਾਂ ਬਣਾਈਆਂ, ਉਹਨਾਂ ਦੀਆਂ ਇੱਛਾ ਆਕਾਂक्षाਵਾਂ ਪੂਰੀਆਂ ਨਹੀਂ ਹੋਈਆਂ। ਦੇਖੋ, ਹਰ ਪਾਰਟੀ ਨੇ ਚੁਣਾਵ ਲੜਨਾ ਹੁੰਦਾ ਔਰ ਹਰ ਪਾਰਟੀ ਜਿੱਤਣ ਲਈ ਲੜਦੀ ਹੈ। ਸਾਡੀ ਤਾਂ ਇਹ ਜਿਹੜੀ ਪਾਰਟੀ ਦੀ ਇੱਕ ਨੇਚਰ ਆ ਕਿ ਅਸੀਂ ਭਾਰਤੀ ਜਨਸੰਘ ਦੇ ਟਾਈਮ 'ਤੇ ਬਹੁਤ 500, 1000, 2-2000 ਵੋਟਾਂ ਲੈਣ ਲਈ ਲੜਦੇ ਸੀ, ਪਰ ਉਦੋਂ ਵੀ ਅਸੀਂ ਇਸੇ ਅੰਦਾਜ਼ 'ਚ ਲੜਦੇ ਸੀ ਕਿ ਅਸੀਂ ਜਿੱਤਣਾ। ਔਰ ਜੇ ਉਦੋਂ ਅਸੀਂ ਜਿੱਤਣ ਲਈ ਨਾ ਲੜੇ ਹੁੰਦੇ ਤੇ ਅੱਜ ਅਸੀਂ ਪ੍ਰਧਾਨ ਮੰਤਰੀ ਵੀ ਨਾ ਬਣਾਇਆ ਹੁੰਦਾ। ਤੇ ਜੇ ਤੁਸੀਂ, ਤੁਹਾਡਾ ਸਭ ਤੋਂ ਵੱਡਾ ਪ੍ਰੋਡਕਟ ਫੂਡ ਗ੍ਰੇਨ ਹੈ, ਭਾਵੇਂ ਉਹ ਚੌਲ ਹੈ ਤੇ ਭਾਵੇਂ ਉਹ ਹੈ, ਤੇ ਤੁਸੀਂ ਭਾਈ ਸਰਕਾਰੀ ਤੌਰ ਤੇ ਪ੍ਰੋਸੈਸਿੰਗ ਕਿਉਂ ਨਹੀਂ ਕਰਦੇ? ਕੌਣ ਰੋਕਦਾ? ਇਹ ਪੰਜਾਬ ਮਾਡਲ ਹੈ। ਸਰਕਾਰੀ ਤੌਰ ਤੇ ਪ੍ਰੋਸੈਸਿੰਗ ਸਰਕਾਰ ਕਰੇ। ਫੂਡ ਡੈਰੀਵੇਟਿਵਸ, ਅਗਰ ਤੁਸੀਂ ਰਾਈਸ ਬ੍ਰੈਨ ਬਣਾਉਣੇ ਹੋ, ਰਾਈਸ ਆਇਲ ਬਣਾਉਣੇ ਹੋ, ਰਾਈਸ ਫੈਟ ਬਣਾਉਣੇ ਹੋ, ਰਾਈਸ ਪ੍ਰੋਟੀਨ ਬਣਾਉਣੇ ਹੋ, 20 ਗੁਣਾ ਵਿਕਦੀ ਹੈ ਸਾਹਿਬ। ਕੌਣ ਰੋਕਦਾ ਹੈ? ਐਤਕੀ ਪੰਜਾਬ ਸਰਕਾਰ ਦਾਲਾਂ ਦੇ ਉੱਤੇ, ਆਇਲ ਸੀਡਸ ਦੇ ਉੱਤੇ ਪ੍ਰੋਕਿਉਰਮੈਂਟ ਕਰੇਗੀ। ਥਰੂ ਮਾਰਕਫੈਟ ਪ੍ਰੋਕਿਉਰਮੈਂਟ ਕਰੇਗੀ ਔਰ ਉਹਦੀ ਪ੍ਰੋਸੈਸਿੰਗ ਜਿਹੜੀ ਹੈ ਨੌਜਵਾਨਾਂ ਤੋਂ ਕਰਾਏਗੀ। ਸੋਂਧੀ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਉੱਪਰ ਆਪਣੇ ਵਿਚਾਰ ਰੱਖਣ ਦੇ ਲਈ। ਸੋ ਹੁਣ ਆਪਾਂ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਬਹੁਤ-ਬਹੁਤ ਧੰਨਵਾਦ।